ਡੀਅਰ ਸਟੂਡੈਂਟਸ ਕਲਾਸ 9th ਦੇ ਸਾਇੰਸ ਓਲੰਪੀਆਡ ਦਾ ਪੇਪਰ ਦੀ ਆਨਸਰ ਕੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਸ ਵਿੱਚ ਜਿਹੜਾ ਪਹਿਲਾ ਕੁਐਸਚਨ ਸੀਗਾ ਟਿਨਿਕਚਰ ਆਫ ਆਇਓਡੀਨ ਦਾ ਮਤਲਬ ਹੁੰਦਾ ਹੈ ਆਇਓਡੀਨ ਨੂੰ ਅਲਕੋਹਲ ਦੇ ਵਿੱਚ ਸੋਲੂਸ਼ਨ ਬਣਾਉਣਾ। ਉਸ ਤੋਂ ਬਾਅਦ ਟਰੂ ਸਟੇਟਮੈਂਟ ਪੁੱਛੀ ਗਈ ਸੀ ਤੇ ਵਿਦਿਆਰਥੀਓ ਇਹਦੇ ਵਿੱਚ ਟਰੂ ਸਟੇਟਮੈਂਟ ਜਿਹੜਾ ਪਹਿਲਾ ਹੈ ਐਟੋਮਿਕ ਨੰਬਰ ਆਫ ਪ੍ਰੋਟੋਨ ਪਲੱਸ ਨਿਊਟਰੋਨ ਇਹ ਵਿੱਚੋਂ ਰੋਂਗ ਹੈਗਾ। ਮਾਸ ਨੰਬਰ ਜਿਹੜਾ ਹੈ ਪ੍ਰੋਟੋਨ ਤੇ ਨਿਊਟਰੋਨ ਦਾ ਸਮ ਹੁੰਦਾ ਹੈ ਇਹ ਵਿੱਚੋਂ ਟਰੂ ਹੈ। ਉਸ ਤੋਂ ਬਾਅਦ ਐਟੋਮਿਕ ਮਾਸ ਜਿਹੜਾ ਨੰਬਰ ਆਫ ਪ੍ਰੋਟੋਨ ਇਕੁਅਲ ਟੂ ਨੰਬਰ ਆਫ ਨਿਊਟਰੋਨ ਹੁੰਦਾ ਹੈ ਇਹ ਵੀ ਵਿੱਚੋਂ ट्रू नहीं है। ठीक है, एटॉमिक मास ਤੇ ਮਾਸ ਨੰਬਰ ਆਲਮੋਸਟ ਸੇਮ ਨੇ ਐਂਡ ਮਤਲਬ ਬੀ ਤੇ ਸੀ ਆਪਸ਼ਨ ਜਿਹੜੀਆਂ ਨੇ ਇਹਦੇ ਵਿੱਚੋਂ ਬੀ ਕਰੈਕਟ ਹੈ। ਉਸ ਤੋਂ ਬਾਅਦ ਡੀ ਜਿਹੜੀ ਹੈ ਨੰਬਰ ਐਟੋਮਿਕ ਨੰਬਰ ਜਿਹੜਾ ਨਿਊਟਰਲ ਐਲੀਮੈਂਟ ਦੇ ਲਈ ਪ੍ਰੋਟੋਨ ਤੇ ਨਿਊਟਰੋਨ ਦੇ ਇਕੁਅਲ ਹੁੰਦਾ ਹੈ ਇਹਦਾ ਮਤਲਬ ਬੀ ਤੇ ਡੀ ਜਿਹੜਾ ਆਨਸਰ ਇਹਦਾ ਰਾਈਟ ਹੋਏਗਾ। तो बी डी ਇਹਦੀ ਆਪਸ਼ਨ ਹੋਣੀ ਹੈ। ਅਗਲਾ ਕੁਐਸਚਨ ਸੀਗਾ कि all samples are of carbon dioxide contain the carbon and oxygen in a fixed ratio by mass। ਤੇ ਵਿਦਿਆਰਥੀਓ ਮਤਲਬ ਕਿ ਕਾਰਬਨ ਡਾਈਆਕਸਾਈਡ ਦੇ ਸਾਰੇ ਨਮੂਨਿਆਂ ਵਿੱਚ ਕਾਰਬਨ ਅਤੇ ਆਕਸੀਜਨ ਪੁੰਜ ਅਨੁਪਾਤ ਵਿੱਚ ਹੁੰਦੇ ਹਨ। ਕਿਹੜੇ ਨਿਯਮਾਂ ਨੂੰ ਉਪਰੋਕਤ ਹੈ? ਤਾਂ ਬੱਚੋ ਇਹਦਾ ਆਨਸਰ ਹੈ ਲਾਅ ਆਫ ਕਾਂਸਟੈਂਟ ਪ੍ਰਪੋਰਸ਼ਨ ਮਤਲਬ ਸਥਿਰ ਅਨੁਪਾਤ ਦਾ ਨਿਯਮ ਜਿਹੜਾ ਆਨਸਰ ਆਣਾ ਸੀ। ਅਗਲਾ ਤੁਸੀਂ 25 ਡਿਗਰੀ ਸੈਲਸੀਅਸ ਨੂੰ ਕੈਲਵਿਨ ਚ ਕਨਵਰਟ ਕਰਨਾ ਹੈ 273 ਇਹਦੇ ਵਿੱਚ ਐਡ ਕਰ ਦੇਣੇ ਸੀ ਤਾਂ 298 ਕੈਲਵਿਨ ਜਿਹੜਾ ਆਨਸਰ ਇਹਦਾ ਆਣਾ ਸੀ। ਉਸ ਤੋਂ ਬਾਅਦ ਅਗਲਾ ਕੁਐਸਚਨ ਸੀਗਾ ਕਿ ਗੈਸ ਕੈਨ ਬੀ ਲਿਕੁਇਫਾਈਡ। ਗੈਸ ਨੂੰ ਆਪਾਂ ਵਿੱਚੋਂ ਕਿਸੇ ਟੈਂਪਰੇਚਰ ਤੇ ਪ੍ਰੈਸ਼ਰ ਦੇ ਵਿੱਚ ਸਪੈਸਿਫਿਕ ਕੰਡੀਸ਼ਨ ਹੁੰਦੀਆਂ ਨੇ ਉਹਨੂੰ ਲਿਕੁਇਫਾਈ ਕੀਤਾ ਜਾ ਸਕਦਾ ਹੈ। ਦੇਖੋ ਗੈਸ ਨੂੰ ਲਿਕੁਇਫਾਈ ਕਰਨ ਦਾ ਮਤਲਬ ਹੈ ਕਿ ਉਹਨੂੰ ਤਰਲ ਅਵਸਥਾ ਦੇ ਵਿੱਚ ਲਿਆਉਣਾ। ਇਹਦਾ ਮਤਲਬ ਜਦੋਂ ਤਰਲ ਅਵਸਥਾ 'ਚ ਲਿਆਓਗੇ ਤਾਂ ਬੱਚੋ ਟੈਂਪਰੇਚਰ ਦਾ ਲੋ ਡਾਊਨ ਹੋਏਗਾ ਲੇਕਿਨ ਤੁਸੀਂ ਪ੍ਰੈਸ਼ਰ ਹਾਈ ਕਰੋਗੇ ਤਾਂ ਆਪਸ਼ਨ ਇਹਦੀ ਥਰਡ ਜਿਹੜੀ ਹੈ ਰਾਈਟ ਆਨਸਰ ਹੋਣੀ ਸੀ। ਅੱਗੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਐਲੂਮੀਨੀਅਮ ਦੀ ਪੁੱਛੀ ਗਈ ਹੈ। ਐਲੂਮੀਨੀਅਮ ਦਾ ਐਟੋਮਿਕ ਨੰਬਰ 13 ਹੁੰਦਾ ਹੈ ਤਾਂ ਇਹਦਾ ਵਿੱਚੋਂ ਥਰਡ ਆਪਸ਼ਨ ਰਾਈਟ ਆਨਸਰ ਹੋਣਾ ਸੀ। ਨੈਕਸਟ 7th ਹੈ ਪ੍ਰੋਸੈਸ ਆਫ ਸੈਪਰੇਸ਼ਨ ਆਫ ਡਾਈ। ਜਦੋਂ ਵਿੱਚੋਂ ਕਲਰਡ ਕੰਪੋਨੈਂਟ ਨੂੰ ਤੁਸੀਂ ਅਲੱਗ ਕਰਦੇ ਹੋ ਤਾਂ ਕ੍ਰੋਮੈਟੋਗ੍ਰਾਫੀ ਵਰਡ ਜਿਹੜਾ ਹੈ ਕ੍ਰੋਮੈਟੋ ਦਾ ਮਤਲਬ ਹੈ ਕ੍ਰੋਮ ਦਾ ਮਤਲਬ ਕੀ ਹੁੰਦਾ ਹੈ ਵਿੱਚੋਂ ਕਲਰ। ਠੀਕ ਹੈ, क्रोम का मतलब की होंगे है सारे ने याद रखना है क्रोमैटोग्राफी यानी कि क्रोम का मतलब होंगे है कलर तो क्रोमैटोग्राफी का आंसर आना सी। अगले विच तुसी 0.5 मूल दे ऑक्सीजन की गैस के मास जिहड़ा फाइंड आउट करना सी। देखो जेकर 1 मूल है तो विचों नाइट्रोजन मॉलिक्यूल है एक नाइट्रोजन एटम का मास 14 होंगे है डबल हो गया 28 तो 0.5 का विचों अद्धा रह के 14 रह जाना। अगला ड्यूरिंग समर वाटर जिहड़ा है वो विचों अर्थन पॉट दे विच ठंडा क्यों रहिंदा है ट्रांसपीरेशन प्रोसैस करके। अगला विचों 72 किलोमीटर ਨੂੰ ਤੁਸੀਂ ਮੀਟਰ ਪਰ ਸੈਕਿੰਡ ਵਿੱਚ ਬਦਲਣਾ ਸੀਗਾ तो ਇਹਦੇ ਲਈ ਵਿੱਚੋਂ ਇੱਥੇ 36 ਤੋਂ 72 1000 ਬਟਾ 300 3600 ਨਾਲ ਤੁਸੀਂ 3600 ਨਾਲ ਡਿਵਾਈਡ ਕਰ ਦੇਣਾ 1000 ਨਾਲ ਗੁਣਾ ਕਰ ਦੇਣੀ ਸੀ ਇਹਨੂੰ 72 ਨੂੰ ਤਾਂ ਇਹ ਤੁਹਾਡਾ B ਆਨਸਰ ਆਣਾ ਸੀ। ਆਪਸ਼ਨ ਨੰਬਰ ਸੈਕਿੰਡ ਇਹਦਾ ਰਾਈਟ ਆਨਸਰ ਹੋਣਾ ਸੀ। ਨੈਕਸਟ ਜਦੋਂ ਕੋਈ ਬੋਡੀ ਜਿਹੜੀ ਹੈ ਉਹ ਯੂਨੀਫਾਰਮ ਵੈਲੋਸਿਟੀ ਨਾਲ मूव करती है तो बच्चों ग्राफ टाइम के नाल फिर ਉਹਦੀ स्पीड ਜਿਹੜੀ ਉਹ चेंज नहीं करती। ਇਹਦਾ मतलब ਇਹਦਾ आंसर ਜਿਹੜਾ है वो सैकेंड ऑप्शन आना सी। नैक्सट ऐसा यूनिट मोमेंटम ਦੇ मोमेंटम ਹੁੰਦਾ है मास इंटू वेलोसिटी तो मास ਦੇ यूनिट किलोग्राम ਹੁੰਦੇ ਨੇ वेलोसिटी मीटर पर सैकेंड तो ऑप्शन थर्ड ਇਹਦਾ राइट आंसर आ ਰਿਹਾ। अगला हैगा स्टोन ਤੇ फुटबॉल ਦਾ मास सेम ਆ तो ਇਹਨਾਂ ਦਾ ਵਿੱਚੋਂ ਕਿਹੜੀ ਚੀਜ਼ ਜਿਹੜੀ ਆ ਉਹ सेम ਹੋਊਗੀ। ਦੇਖਿਓ ਬੱਚੋ ਜਦੋਂ ਪੱਥਰ ਤੇ ਫੁੱਟਬਾਲ ਦਾ ਪੁੰਜ ਸੇਮ ਹੋਵੇ ਤਾਂ ਉਹਨਾਂ ਦਾ ਵਿੱਚੋਂ ਅਸੀਂ ਕਵਾਂਗੇ ਜਿਹੜਾ ਇਨਰਸ਼ੀਆ ਹੈ। ਠੀਕ ਹੈ, ਇਨਰਸ਼ੀਆ ਮਤਲਬ ਕਿ ਜੜਤਾ ਇੱਕ ਸਮਾਨ ਹੋਵੇਗੀ ਤਾਂ ਆਪਸ਼ਨ 1 ਜਿਹੜਾ ਇਹਦਾ ਆਨਸਰ ਰਾਈਟ ਆਨਸਰ ਆਣਾ ਸੀ। ਅਗਲਾ ਕੁਐਸਚਨ ਸੀਗਾ ਕਿ ਐਕਸਲੇਸ਼ਨ ਦੀ ਵੈਲਿਊ ਜਿਹੜੀ ਹੈ ਮੂਨ ਦੇ ਉੱਪਰ ਵਿਦ ਰਿਸਪੈਕਟ ਟੂ ਅਰਥ ਉਹ ਵਿੱਚੋਂ ਘੱਟ ਹੁੰਦੀ ਹੈ। ਠੀਕ ਹੈ, ਗ੍ਰੈਵਿਟੀ ਜਿਹੜੀ ਹੈ ਉਹ ਅਰਥ ਤੇ ਜ਼ਿਆਦਾ ਹੈ 9.8 ਹੈ ਤੇ ਮੂਨ ਤੇ ਅਪਰੋਕਸੀਮੇਟਲੀ ਵਿੱਚੋਂ 6 ਟਾਈਮ ਇਹਦਾ ਰਿਡਿਊਸ ਹੋ ਜਾਂਦਾ ਹੈ। ਓਕੇ, ਅਗਲਾ ਵਿੱਚੋਂ ਇਹਦੇ ਵਿੱਚ ਥਰਡ ਜਿਹੜਾ ਇਕੁਏਸ਼ਨ ਹੈ ਉਹ ਰਾਈਟ ਆਪਸ਼ਨ नहीं है इक्वेशन ऑफ मोशन नहीं है। अगे बच्चों ये किहड़ा इक्विपमेंट है जिहड़ा ये दर्शाउंदा है इस इक्विपमेंट नूं यूरेका वैसल असीं कहने हाँ। ओके, वर्क डन इज सैट टू बी जीरो कदों जीरो होएगा जदों बच्चों कोई भी ऑब्जेक्ट ते वर्क कदों कहने जदों किसी ऑब्जेक्ट ते फोर्स लगदी है तो अपलाइड फोर्स की डायरैक्शन च ही मूव करे उहनूं असीं वर्क डन कहने तो इहदे विच ਜਦੋਂ ਐਂਗਲ ਵਿੱਚੋਂ 90 ਡਿਗਰੀ ਦਾ ਹੋਏਗਾ 90 ਡਿਗਰੀ ਤੇ ਫੋਰਸ ਲੱਗੇਗੀ ਤੇ ਆਬਜੈਕਟ ਇੱਧਰ ਨੂੰ ਮੂਵ ਕਰ ਰਹੀ ਹੈ ਤਾਂ ਫਿਰ ਵਿਦਿਆਰਥੀਓ ਉੱਥੇ ਵਰਕ ਡਨ ਜ਼ੀਰੋ ਹੋ ਜਾਣਾ ਕਿਉਂਕਿ cos 90 ਜਿਹੜਾ ਹੈ ਤੁਹਾਨੂੰ ਪਤਾ ਹੋਏਗਾ ਜ਼ੀਰੋ ਹੁੰਦਾ ਹੈ। ਓਕੇ, तो ਨੈਕਸਟ ਕਾਰ ਤੇ ਟਰੱਕ ਜਿਹੜੇ ਨੇ ਉਹ यूनीफॉर्म वेलोसिटी ਨਾਲ मूव कर रहे यानी कि दोनों की वेलोसिटी ਜਿਹੜੀ है यूनीफॉर्म है मान लो सेम हैगी है तो किनेटिक एनर्जी किहदी ज़्यादा होएगी ਤੁਹਾਨੂੰ पता किनेटिक एनर्जी वेलोसिटी के मास से डिपेंड करती है तो वेलोसिटी अगर यूनीफॉर्म है सेम हैगी है तो मास ਜਿਹੜਾ ज़्यादा होएगा ਉਹਦੀ ही किनेटिक एनर्जी ज़्यादा होएगी मतलब कि
ऑप्शन ਇਹਦਾ आंसर ਕਿਹੜਾ ਆਏਗਾ ਇਸ ਵਿੱਚ ਬੱਚੋ ਜਿਹੜਾ ਟਰੱਕ ਹੈ ਟਰੱਕ ਦੀ kinetic એનર્ਜੀ ਜਿਹੜੀ ਹੈ ਉਹ ਜ਼ਿਆਦਾ ਹੋਣੀ ਹੈ ਠੀਕ ਹੈ ਨੈਕਸਟ kinetic એનર્ਜੀ ਦਾ ਮਤਲਬ ਹੁੰਦਾ ਹੈ ਗਤਿਜ ਊਰਜਾ ਉਸ ਤੋਂ ਬਾਅਦ ਨੈਕਸਟ ਹੈਗਾ ਬੱਚੋ ਇਹਦੇ ਵਿੱਚ ਕਰੈਕਟ ਤੁਸੀਂ ਦੱਸਣਾ ਹੈ ਸੈੱਲ ਵਾਲ ਬੀ ਜਿਹੜਾ ਨਿਊਕਲੀਅਸ ਹੈ ਔਰ ਸੀ ਜਿਹੜਾ ਇਹਦਾ ਸਾਈਟੋਪਲਾਜ਼ਮ ਹੈ ਤਾਂ ਤੁਸੀਂ ਦੇਖ ਲਓ ਕਿਹੜੀ ਆਪਸ਼ਨ ਹੈ ਸੈੱਲ ਵਾਲ ਦਾ ਮਤਲਬ ਤੁਹਾਨੂੰ ਪਤਾ ਹੋਏਗਾ ਠੀਕ ਹੈ ਸੈੱਲ ਵਾਲ ਬਾਹਰ ਵਾਲੀ ਕੰਧ ਹੈਗੀ ਹੈ ਠੀਕ ਹੈ ਸੈੱਲ ਵਾਲ ਜਿਸ ਨੂੰ ਅਸੀਂ ਸੈੱਲ ਕੰਧ ਕਹਿੰਦੇ ਆ ਤੇ ਕੇਂਦਰਕ ਨਿਊਕਲੀਅਸ ਸਾਈਟੋਪਲਾਜ਼ਮ ਸੈੱਲ ਦਰਵ ਨੂੰ ਆਖਦੇ ਹਨ ਨੈਕਸਟ ਕੁਐਸਚਨ ਜਿਹੜਾ ਸੀ ਇਹਦੇ ਵਿੱਚ ਬੱਚੋ ਕੀ ਹੈ ਦੋ ਸੋਲੂਸ਼ਨ ਹੈ ਤੁਹਾਡੇ ਕੋਲ ਇੱਕ ਸ਼ੂਗਰ ਸੋਲੂਸ਼ਨ ਹੈ ਦੂਸਰਾ ਪਾਣੀ ਸਿੰਪਲ ਹੈ ਠੀਕ ਹੈ ਇਹ ਸ਼ੂਗਰ ਸੋਲੂਸ਼ਨ ਹੈ ਤਾਂ ਇਹਦੇ ਵਿੱਚ ਤੁਸੀਂ ਰੇਜ਼ਨ ਯਾਨੀ ਕਿ ਮੰਨ ਲਓ ਤੁਸੀਂ ਇੱਕ ਸੌਗੀ ਨੂੰ ਪਾਤਾ ਤਾਂ ਸੌਗੀ ਵਿੱਚੋਂ ਜਿਹੜਾ ਸ਼ੂਗਰ ਸੋਲੂਸ਼ਨ ਹੈ ਉਹਦੇ ਵਿੱਚ ਸ਼ਰਿੰਕ ਕਰ ਜੂਗੀ ਕਿਉਂਕਿ ਉਹਦੇ ਵਿੱਚ ਆਸਮੋਸਿਸ ਜਿਹੜੀ ਹੈ ਉਹ ਸ਼ੂਗਰ ਤੋਂ ਸ਼ੂਗਰ ਵੱਲ ਸ਼ੂਗਰ ਸੋਲੂਸ਼ਨ ਵੱਲ ਹੋਣੀ ਹੈ ਤੇ ਇਧਰੋਂ ਵਿੱਚੋਂ ਪਾਣੀ ਨੇ ਅੰਦਰ ਚਲ ਜਾਣਾ ਇਹ ਸਵੈਲ ਕਰ ਜਾਣਾ ਠੀਕ ਹੈ तो ਰੀਜ਼ਨ ਜਿਹੜਾ ਬੀ ਬੀਕਰ ਦੇ ਵਿੱਚ ਆ ਸਵੈਲ ਜ਼ਿਆਦਾ ਕਰੇਗਾ ਰੈਦਰ ਦੈਨ ਇਨ ਬੀਕਰ ਏ ਠੀਕ ਹੈ ਤਾਂ ਤੁਸੀਂ ਇਹ ਕਹਿ ਦੋਗੇ ਚਲੋ ਸ਼ਰਿੰਕ ਦੀ ਗੱਲ ਨਹੀਂ ਇੱਥੇ ਪੁੱਛੀ ਇਸ ਤੇ ਸਿਰਫ ਇਹੀ ਪੁੱਛਿਆ ਹੈ ਕਿ ਜਿਹੜਾ ਸਵੈਲ ਕੌਣ ਕਰੇਗਾ ਉਹ ਬੀ ਰੀਜ਼ਨ ਕਰੇਗਾ ਠੀਕ ਹੈ ਬੀ ਬੀਕਰ ਵਿੱਚ ਪਾਇਆ ਹੋਇਆ ਰੇਜ਼ਨ ਜਿਹ ਚ ਪਾਣੀ ਸੀਗਾ ਅਗਲਾ ਹੈਗਾ ਸੈਲ ਵਾਲ ਇਨ ਪਲਾਂਟ ਸੈਲ ਜਨਰਲੀ ਮੇਡ ਅਪ ਉਹਦੇ ਵਿੱਚੋਂ ਸੈਲੂਲੋਜ਼ ਦੀ ਬਣੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਹੈ एक ही है अगला क्वेश्चन विच कनैक्टिव टिश्यू ज्वाइन दी मसल विद दी बोन्स इनू बच्चों असीं टेंडन आखते हाँ ठीक है टेंडन आखते हाँ टेंडन जिहड़े ने मांसपेशियां नू टिश्यू मांसपेशियां नू हड्डियां दे नाल जोड़दा है अगले विच बच्चों तुहानूं पुछिआ है एम्फीबियन ऑफ प्लांट किहड़े वर्ग नू असीं पौधा जगत दा जली थली जीव कहंदे हाँ बच्चों इहदा आंसर आना है ब्रायोफाइटा ठीक है ब्रायोफाइटा जिहड़े ने ये विद्यार्थियों मॉइस्ट सॉइल दे विच मतलब कि इन्हां नूं लोड़ पैंदी है बट दे रिक्वायर वाटर फॉर दी फर्टिलाइजेशन ठीक है उस तो बाद नैक्सट क्वेश्चन है ਇਹਦੇ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਹੈਗੀ ਹੈ ਜਿਹੜੇ ਰੈਪਟਾਈਲ ਹੁੰਦੇ ਨੇ ਰੈਪਟਾਈਲ ਦਾ ਮਤਲਬ ਹੈ ਇੱਥੇ ਵਿੱਚੋਂ ਰੈਪਟਾਈਲ ਦੇ ਐਵੀਜ਼ ਹੈ ਤੇ ਰੈਪਟਾਈਲ ਜਿਹੜੇ ਨੇ ਇਹ ਵਿੱਚੋਂ ਕੋਲਡ ਬਲੱਡਡ ਨੇ ਬਟ ਇਹ ਜਿਹੜੇ ਏਵਜ਼ ਨੇ ਇਹ ਹੌਟ ਬਲੱਡਡ ਹੁੰਦੇ ਨੇ ਤੇ ਮੈਮਲ ਜਿਹੜੇ ਨੇ ਵਾਰਮ ਬਲੱਡਡ ਨੇ ਤੇ ਇਹਦਾ ਮਤਲਬ ਫਰਸਟ ਟਰੂ ਸਟੇਟਮੈਂਟ ਨਹੀਂ ਹੈ ਸੈਕਿੰਡ ਜਿਹੜੀ ਆ ਟਰੂ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਆਇਡੈਂਟੀਫਾਈ ਦੀ ਰੋਂਗ ਪੇਅਰ ਵਿੱਚ ਨਿਮੈਟੋਡਾ ਪਲੇਨੇਰੀਆ ਠੀਕ ਹੈ ਇਹ ਵਿੱਚੋਂ ਰੋਂਗ ਆਪਸ਼ਨ ਹੈਗੀ ਆ ਅੱਗੇ ਵਿੱਚੋਂ ਇਹਦੇ ਵਿੱਚ ਐਪੀਲੀਥੀਅਲ ਸੈੱਲ ਦੀ ਕਿਹੜੇ ਨੇ ਦੇਖੋ ਇਹ ਵਰਗਾਕਾਰ ਸ਼ੇਪ ਦੇ ਨੇ ਤਾਂ ਸਕਿਓਮਸ ਇਹਦਾ ਆਨਸਰ ਆਏਗਾ ਠੀਕ ਹੈ ਅਗਲਾ ਕੁਐਸਚਨ ਸੀ ਡਾਇਰੀਆ ਕੋਲਰਾ ਟਾਈਫਾਈਡ ਡਿਜ਼ੀਜ਼ ਜਿਹੜੇ ਨੇ ਇਹਨਾਂ ਦੇ ਵਿੱਚੋਂ ਕੀ ਇਹਨਾਂ ਦੇ ਵਿੱਚ ਕਾਮਨ ਹੈ ਬੱਚੋ ਸਾਰਾ ਕੁਝ ਹੀ ਇਹਦੇ ਵਿੱਚ ਕਾਮਨ ਹੈਗਾ ਮਤਲਬ ਕਿ ਸਾਰੇ ਜੀਵ ਜੀਵਾਣੂਆਂ ਰਾਹੀਂ ਫੈਲਦੇ ਹਨ ਠੀਕ ਹੈ ਇਹ ਇਹਨਾਂ ਨੂੰ ਦੂਸ਼ਿਤ ਭੋਜਨ ਰਾਹੀਂ ਮਤਲਬ ਕਿ ਕੰਟੈਮੀਨੇਟਡ ਵਾਟਰ ਦੇ ਨਾਲ ਹੀ ਜਿਹੜਾ ਮਤਲਬ ਕਿ ਟ੍ਰਾਂਸਮਿਟ ਹੁੰਦਾ ਹੈ ਔਰ ਕਿਉਰਡ ਬਾਈ ਦੀ ਐਂਟੀਬਾਡੀ ਪ੍ਰਤੀਜੈਵਿਕ ਦਵਾਈਆਂ ਨਾਲ ਅਸੀਂ ਇਹਨੂੰ ਕਿਉਰ ਕਰ ਸਕਦੇ ਹਾਂ ਨੈਕਸਟ ਕਲਾਸੀਫਾਈ ਕਰਨਾ ਹੈ ਤੁਸੀਂ ਕੋਲਰਾ ਟੈਟਨਸ ਟਿਊਬਰਕਲੋਸਿਸ ਟਾਈਫਾਈਡ ਇਹ ਬੱਚੋ ਸਾਰੀਆਂ ਹੀ ਬੈਕਟੀਰੀਅਲ ਡਿਜ਼ੀਜ਼ ਨੇ ਪਹਿਲੀ ਗੱਲ ਇਹ ਯਾਦ ਰੱਖਣੀ ਹੈ ਠੀਕ ਹੈ ਕੀ ਹਨ ਬੈਕਟੀਰੀਅਲ ਡਿਜ਼ੀਜ਼ ਹਨ ਉਸ ਤੋਂ ਬਾਅਦ ਮੀਜ਼ਲਸ ਸਮਾਲ ਪੌਕਸ ਪੋਲੀਓ ਇਨਫਲੂਐਂਜ਼ਾ ਪੋਲੀਓ ਤੁਹਾਨੂੰ ਪਤਾ ਇੱਕ ਯਾਦ ਰੱਖੋ ਵਾਇਰਸ ਤੋਂ ਇਹਦਾ ਮਤਲਬ ਇਹ ਸਾਰੀਆਂ ਵਾਇਰਲ ਡਿਜ਼ੀਜ਼ ਨੇ ਅੱਗੇ ਮਲੇਰੀਆ ਕਾਲਾ ਅਜ਼ਰ ਸਲੀਪਿੰਗ ਸਿਕਨੈਸ ਮਲੇਰੀਆ ਜਿਹੜਾ ਹੈ ਪ੍ਰੋਟੋਜ਼ੋਨ ਡਿਜ਼ੀਜ਼ ਨੇ ਤੋਂ ਗਰੁੱਪ 3rd ਯਾਨੀ ਕਿ 3rd ਆਪਸ਼ਨ ਇਹਦਾ ਰਾਈਟ ਆਨਸਰ ਆਉਣਾ ਸੀ ਅਗਲਾ ਹੈ ਕਿਹੜਾ ਕੈਮੀਕਲ ਸਬਸਟੈਂਸ ਹੈ ਜਿਹੜਾ ਸੀਮੈਂਟ ਦੀ ਤਰ੍ਹਾਂ ਐਕਟ ਕਰਦਾ ਹੈ ਟੂ ਸਟਰੈਂਥਨ ਦੀ ਵਾਲ ਆਫ ਦੀ ਸੈੱਲ ਤੋਂ ਬੱਚੋ ਇਹਦੇ ਲਈ ਹੁੰਦਾ ਹੈ ਲਿਗਨਨ ਠੀਕ ਹੈ अगला विच ऑफ द फॉलोइंग स्टेटमेंट इज रिगार्डिंग दी ओजोन इज इनकरेक्ट बच्चों ਜਿਹੜੀ ओजोन है वो ਇਨਫਰਾਰੈਡ ਰੇਡੀਏਸ਼ਨ ਨੂੰ ਸਟਾਪ ਨਹੀਂ ਕਰਦੀ ਹੈ ਯੂਵੀ ਰੇਜ਼ ਨੂੰ ਸਟਾਪ ਕਰਦੀ ਹੈ ਇਨਫਰਾਰੈਡ ਯਾਨੀ ਕਿ ਗਰਮੀ ਤਾਂ ਤੁਹਾਡੇ ਤੱਕ ਸੂਰਜ ਦੀ ਧਰਤੀ ਤੱਕ ਪਹੁੰਚਦੀ ਹੈ ਤਾਂ ਆਈਆਰ ਰੇਜ਼ ਜਿਹੜੀਆਂ ਨੇ ਉਹਨੂੰ ਬਲੌਕ ਨਹੀਂ ਕਰਦੀ ਹੈ ग्रीन हाउस गैस ਕਿਹੜੀ नहीं है बच्चों ਇਹਦਾ ਆਨਸਰ ਨਾਈਟ੍ਰੋਜਨ ਆਣਾ ਸੀ ਅਗਲਾ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟ ਰਿਗਾਰਡਿੰਗ ਦੀ ਖਰੀਫ ਕ੍ਰੌਪਸ ਤੋਂ 32ਵੇਂ ਦਾ ਆਨਸਰ ਜਿਹੜਾ ਹੈ ਦੇਖੋ ਇਹ ਜੂਨ ਯਾਨੀ ਕਿ ਰੇਨੀ ਸੀਜ਼ਨ ਦੇ ਵਿੱਚ ਹੁੰਦੀਆਂ ਨੇ ਜੂਨ ਤੋਂ ਅਕਤੂਬਰ ਦੇ ਵਿੱਚ ਠੀਕ ਹੈ ਇਹ ਸਹੀ ਹੈਗਾ ਨਵੰਬਰ ਅਪ੍ਰੈਲ ਦੇ ਵਿੱਚ ਸੋਨ ਹੁੰਦੀਆਂ ਨੇ ਇਹ ਗਲਤ ਹੈ ਠੀਕ ਹੈ ਤਾਂ ਇਹੀ ਆਨਸਰ ਆਣਾ ਸੀ ਉਸ ਤੋਂ ਬਾਅਦ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਮੈਕਰੋ ਨਿਊਟ੍ਰੀਐਂਟ ਕਿਹੜਾ ਨਹੀਂ ਹੈ ਤਾਂ ਇਹਦਾ ਆਨਸਰ ਬੱਚੋ ਮੈਗਨੀਜ਼ ਹੈ ਅਗਲਾ ਵਿਚ ਆਫ what should be the time interval between the incident rays incident sound wave and reflected sound wave ठीक है तो ਜਿਹੜਾ time period ਹੈ ਯਾਨੀ ਕਿ ਸਪਸ਼ਟ ਗੂੰਜ ਸੁਣਨ ਲਈ ਮੂਲ ਧੁਨੀ ਤਰੰਗ ਅਤੇ ਪਰਾਵਰਤਿਕ ਧੁਨੀ ਤਰੰਗ ਦੇ ਵਿਚਕਾਰ ਕਿੰਨਾ ਸਮਾਂ ਅੰਤਰਾਲ ਹੋਣਾ ਚਾਹੀਦਾ ਹੈ ਬੱਚੋ ਇਹਦਾ ਆਨਸਰ ਹੈ 0.1 ਸੈਕਿੰਡ ਠੀਕ ਹੈ ਅੱਗੇ ਲੌਂਗੀਟਿਊਡਨਲ ਵੇਵਸ ਜਿਹੜੀਆਂ ਨੇ ਸਾਊਂਡ ਵੇਵਸ ਹੁੰਦੀਆਂ ਨੇ ਤਾਂ ਇਹ ਤੁਹਾਡੇ ਵਿੱਚੋਂ 35 ਦੇ ਵਿੱਚੋਂ ਕਿੰਨੇ ਮਾਰਕਸ ਬਣਦੇ ਨੇ ਇਹਨੂੰ ਬੱਚੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ थैंक यू वेरी मच
All the very best for the your final exams. Thank you.